सतनाम श्री वाहिगुरु साहिब जी। कतक कर्म कमावण दोष न काहू जोग। परमेश्वर ते भुलिया व्यापन सबे रोग। कतक कर्म कमावने दोष न काहू जोग। परमेश्वर ते भुलिया व्यापन सबे रोग। वे मुख होए राम ते लगन जन्म बजोग। हिन मैं कौड़े होए गए जितड़े माया भोग। विच न कोई कर सकै किस थै रोवै रोज। कीता कछु न होवै लिखिया तुर संजोग। वड भागे मेरा प्रभ मिलै तां उतर है सब वियोग। नानक को प्रभ राख ले मेरे साहिब बंदी मोच। कतक होवै साध संग बिनसै सबै सोच। कतक होवै साध संग बिनसै सबे सोच। वाहिगुरु जी का खालसा वाहिगुरु जी की फतेह। गुरु प्यारे साध संगत जी, सब तो पहला गुरु महाराज सच्चे पातशाह जी वालों बख्शिश हुई फतेह की संग पाइए। समुची साध संगत जी एक बार कहते आखो वाहिगुरु जी का खालसा वाहिगुरु जी की फतेह। आप वडभागे हो जो अमर शहीद बाबा महताब सिंह जी दे पावन पवित्र अस्थान शहीदगंज साहिब नगर चाटीविंड विखे धन धन सतगुरु श्री गुरु ग्रंथ साहिब महाराज सच्चे पातशाह जी दे मुबारक चरणों में हाजरी भर रही गुरु सवारी साध संगत जीओ। गुरु का फरमान है कि वडभागियां संगत पावै भागहीन परम चोटां खावै। बिन भागा सत संग न लभै बिन संगत मैल भरीजे जीओ। ये सच है कि वड्डे भाग होण ते गुरु की संगत प्राप्त होंदी है। इत्थे कुछ विद्वान ये भी कहते हैं कि भाणा ते कर्म एक दूजे के अधीन हैं। जे जीव वाहिगुरु सच्चे पातशाह नूं भा गया तो उहदे कर्म अपने आप ही चंगे हो जाते हैं। अगर जे कर्म चंगे हो गए
ਤੇ ਉਹ ਜੀਵ ਵੀ ਗੁਰੂ ਨੂੰ ਭਾ ਜਾਂਦਾ। ਜੇ ਗੁਰੂ ਨੂੰ ਭਾ ਗਿਆ ਤੇ ਕਰਮ ਚੰਗੇ ਹੋ ਗਏ, ਜੇ ਪੁਰਾਤਨ ਕਰਮ ਚੰਗੇ ਆ ਤੇ ਉਹਨੇ ਗੁਰੂ ਨੂੰ ਭਾ ਜਾਣਾ। ਭਾਣਾ ਤੇ ਕਰਮ ਇੱਕ ਦੂਜੇ ਦੇ ਅਧੀਨ। ਅੱਜ ਕੱਤਕ ਦਾ ਮਹੀਨਾ, ਦਿਨ ਸ਼ਨੀਵਾਰ, ਵਾਹਿਗੁਰੂ ਨੇ ਬਖਸ਼ਿਸ਼ ਕੀਤਾ ਹੈ। ਸਮੁੱਚੀ ਸੰਗਤ ਨੂੰ ਵਧਾਈ ਹੋਵੇ। ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੇ, ਸੁੱਖ ਸ਼ਾਂਤੀਆਂ ਲੈ ਕੇ ਆਵੇ, ਚੜ੍ਹਦੀ ਕਲਾ ਕਰੇ। ਵਾਹਿਗੁਰੂ ਜੀ ਦੀ ਰਹਿਮਤ ਕਰੋ। ਆਓ ਆਪਾਂ ਹਰ ਮਹੀਨੇ ਦੀ ਤਰ੍ਹਾਂ ਜੋ ਕਿ ਆਪਾਂ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ, ਆਪਾਂ ਆਰੰਭਤਾ ਕਰੀਏ। ਪਰਸੋਂ ਦੇ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ। ਆਪ ਜੀ ਨੇ ਭੋਗ ਸਰਮ ਕੀਤੇ, ਸਤਿਗੁਰਾਂ ਨੇ ਮਹਾਨ ਬਖਸ਼ੇ ਕਰਕੇ ਸੰਪੂਰਨਤਾ ਬਖਸ਼ੀ ਹੈ। ਵੱਖ ਵੱਖ ਸੰਗਤਾਂ ਵੱਲੋਂ ਅਰਦਾਸਾਂ ਬੇਨਤੀਆਂ ਕਰਵਾਈਆਂ ਗਈਆਂ ਨੇ। ਸਤਿਗੁਰ ਜੀ ਭਾਵਨਾ ਪੂਰੀਆਂ ਕਰਕੇ ਭਾਗ ਲਾਉਣ, ਸੰਪੂਰਨਤਾ ਬਖਸ਼ਿਸ਼ ਕਰਨ। ਆਓ ਹੁਣ ਆਪਾਂ ਇਹ ਜੋ ਅੱਜ ਦਾ ਸ਼ਬਦ ਹੈ, ਇਸ ਵਿੱਚ ਸਤਿਗੁਰ ਪਾਤਸ਼ਾਹ ਨੇ ਜੋ ਕਿਰਪਾ ਕੀਤੀ ਹੈ, ਜੋ ਮਹਾਨ ਅੰਮ੍ਰਿਤਮਈ ਬਚਨਾਂ ਦੇ ਰਾਹੀਂ ਆਪਣੇ ਤੇ ਬਖਸ਼ਿਸ਼ ਕੀਤੀ ਹੈ ਮਨੁੱਖਤਾ ਦੀ ਕਲਿਆਣ ਵਾਸਤੇ, ਉਹਦੀ ਵਿਚਾਰ ਆਪਾਂ ਆਰੰਭ ਕਰਾਂਗੇ। ਸਤਿਗੁਰਾਂ ਨੇ ਇਸ ਅੱਜ ਦੇ ਜੋ ਪਾਵਨ ਪਵਿੱਤਰ ਸ਼ਬਦ ਵਿੱਚ ਦ੍ਰਿਸ਼ਟਾਂਤ ਦਿੱਤਾ ਹੈ, ਕਿਰਪਾ ਕੀਤੀ ਹੈ ਕਿ ਭਾਈ ਜਦੋਂ ਸੰਸਾਰ ਦੇ ਉੱਤੇ ਮਨੁੱਖ ਦੁਖੀ ਹੁੰਦਾ ਹੈ ਤੇ ਉਹ ਫਿਰ ਦੂਜੇ ਨੂੰ ਦੋਸ਼ੀ ਠਹਿਰਾਉਂਦਾ ਹੈ। ਕਈ ਤੇ ਪਰਮਾਤਮਾ ਨੂੰ ਵੀ ਦੋਸ਼ੀ ਠਹਿਰਾਉਣ ਤੋਂ ਗਰੇਜ ਨਹੀਂ ਕਰਦੇ ਕਿ ਸਾਨੂੰ ਦੁੱਖ ਮਿਲਿਆ ਹੈ, ਕਿਉਂ ਮਿਲਿਆ ਹੈ। ਇਹ ਆਮ ਮਨੁੱਖ ਦੀ ਗੱਲ ਨਹੀਂ ਹੈ। ਵੱਡੇ ਵੱਡੇ ਰੱਬ ਦੇ ਭਗਤਾਂ, ਬ੍ਰਹਮ ਗਿਆਨੀਆਂ ਨੂੰ ਵੀ ਇਹੋ ਜਿਹੇ ਦੁੱਖ ਮਿਲੇ। ਪਰ ਫਰਕ ਇੰਨਾ ਵਾ ਕਿ ਉਹ ਗਿਆਨੀ ਜਿਹੜੇ ਪਾਪ ਪੁੰਨ ਤੋਂ ਮੁਕਤ ਹੁੰਦੇ ਆ, ਉਹ ਦੁੱਖ ਸੁੱਖ ਨੂੰ ਅਨੁਭਵ ਨਹੀਂ ਕਰਦੇ। ਦੋ ਉਦਾਹਰਨਾਂ ਦੇ ਦਿੰਦਾ। ਭਗਤ ਤਰਲੋਚਨ ਜੀ ਆ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਆ। ਉਹਨਾਂ ਦਾ ਇਤਿਹਾਸ ਪੜ੍ਹੋ ਤੇ ਉਹਨਾਂ ਨੂੰ ਔਲਾਦ ਦਾ ਸੁੱਖ ਨਹੀਂ ਸੀ ਮਿਲਿਆ। ਪਰ ਭਗਤ ਜੀ ਨੇ ਇਸ ਗੱਲ ਨੂੰ ਕੋਈ ਚਿਤਾਰਿਆ ਨਾ, ਕਿਉਂਕਿ ਪਰਮਾਤਮਾ ਦੀ ਰਜ਼ਾ ਵਿੱਚ ਰਹਿੰਦੇ ਨੇ, ਉਸ ਵਿੱਚ ਚੱਲਦੇ ਨੇ। ਹੋਇਆ ਕਿ ਉਹ ਜਦੋਂ ਬਜ਼ੁਰਗ ਹੋ ਗਏ ਨਾ, ਭਗਤ ਜੀ ਦੇ ਘਰ ਵਾਲੇ ਵੀ ਬਜ਼ੁਰਗ ਹੋ ਗਈ, ਤੇ ਉਹਨੇ ਪਰਮਾਤਮਾ ਨੂੰ ਪ੍ਰਾਰਥਨਾ ਕੀਤੀ ਕਿ ਭਾਈ ਸਾਨੂੰ ਕੋਈ ਸਹਾਰਾ ਬਖਸ਼ਿਸ਼ ਕਰੋ। ਪਰਮਾਤਮਾ ਅੰਤਰਜਾਮੀ ਇੱਕ ਨੌਕਰ ਦਾ ਰੂਪ ਧਾਰਨ ਕਰਕੇ ਆ ਗਿਆ। ਮੈਂ ਦੱਸਣ ਲੱਗਾ ਵੀ ਗਲਤੀ ਵੱਡੇ ਵੱਡੇ ਬੰਦੇ ਤੋਂ ਵੀ ਹੋ ਜਾਂਦੀ। ਉਹਨੇ ਆਣ ਕੇ ਆਖਿਆ ਮੈਂ ਤੁਹਾਡੀ ਨੌਕਰੀ ਕਰਨੀ ਹੈ। ਕਹਿਣ ਲੱਗੀ ਵੀ ਗੱਲ ਸੁਣ, ਨੌਕਰੀ ਤੇ ਕਰਨੀ ਹੈ ਤੇ ਪਰ ਲਵੇਂਗਾ ਕੀ? ਕਹਿੰਦਾ ਪ੍ਰਸ਼ਾਦਾ ਵਾ, ਜੀ ਕਰੇ ਤੁਹਾਡੇ ਕੋਲ ਛਕ ਲਾਂ, ਜੀ ਕਰੇ ਬਾਹਰੋਂ ਛਕ ਲਾਂ, ਪਰ ਮੇਰੀ ਇੱਕ ਸ਼ਰਤ ਹੈ ਵੀ ਜਿੰਨਾ ਪ੍ਰਸ਼ਾਦਾ ਮੈਂ ਛਕੀ ਜਾਵਾਂ, ਮੈਨੂੰ ਟੋਕਣਾ ਨਹੀਂ, ਮੇਰੀ ਨਿੰਦਿਆ ਨਹੀਂ ਕਰਨੀ। ਕੰਮ ਮੈਂ ਦੱਬ ਕੇ ਕਰੂੰਗਾ, ਪਰ ਮੇਰਾ ਖਾਣਾ ਪੀਣਾ ਨਹੀਂ ਨੌਲਣਾ। ਉਹ ਨਹੀਂ ਤੱਕਣਾ ਇੰਨਾ ਖਾ ਗਿਆ ਵਾ, ਇੰਨਾ ਖਾ ਗਿਆ ਵਾ। ਚਲੋ ਸਧਾਰਨ ਜੀ ਗੱਲ ਸੀ, ਮੰਨ ਲਈ। ਦਿਨ ਲੰਘਦੇ ਗਏ। ਇੱਕ ਦਿਨ ਕੀ ਹੋਇਆ ਵੀ ਉਹਨੇ ਪਰਖਣ ਦਾ ਮਨ ਬਣਾ ਲਿਆ। ਭਗਤ ਜੀ ਦੀ ਧਰਤੀ ਨੂੰ ਪ੍ਰਸ਼ਾਦੇ ਲਾਈ ਗਈ। ਤੇ ਇੱਕ ਗੱਲ ਉਹ ਵੀ ਦੱਸਣਾ, ਬਾਬਾ ਬੁੱਢਾ ਜੀ ਦੀ ਅੰਸ਼ ਦੇ ਵਿੱਚੋਂ ਨਾ ਇੱਕ ਭਾਈ ਰਾਮ ਕੁਐਰ ਜੀ ਹੋਏ ਆ, ਮੁੜ ਕੇ ਅੰਮ੍ਰਿਤ ਛਕ ਕੇ ਗੁਰਬਖਸ਼ ਸਿੰਘ ਬਣੇ ਆ। ਉਹਨਾਂ ਦੀ ਮਨੋਵਸਥਾ ਵੀ ਇਹੋ ਜਿਹੀ ਦੱਸੀ ਜਾਂਦੀ ਹੈ ਇਤਿਹਾਸ ਵਿੱਚ। ਜਿੰਨਾ ਚਿਰ ਸੇਵਾਦਾਰ ਉਹਨਾਂ ਨੂੰ ਪ੍ਰਸ਼ਾਦਾ ਦੇਈ ਜਾਂਦਾ ਸੀ, ਉਹ ਛਕੀ ਜਾਂਦੇ ਸੀ। ਉਹ ਕਦੇ ਨਹੀਂ ਆਉਂਦੇ ਵੀ ਅਸੀਂ ਰੱਜ ਗਏ ਹਾਂ। ਸੇਵਾਦਾਰ ਆਪ ਪਰਨੇ ਨਾਲ ਪੇਟ ਨਾਪ ਕੇ ਕਹਿ ਦਿੰਦੇ ਸਨ, ਬਾਬਾ ਜੀ ਪ੍ਰਸ਼ਾਦਾ ਛਕਿਆ ਗਿਆ ਹੈ। ਹਾਂ, 7 ਵਜੇ ਨਹੀਂ ਛਕਿਆ ਗਿਆ। ਉਦੋਂ ਪ੍ਰਸ਼ਾਦਾ ਉਹ ਬੰਦ ਕਰਦੇ ਸੀ, ਕਿਉਂਕਿ ਬ੍ਰਹਮ ਗਿਆਨੀ ਦੀ ਜਿਹੜੀ ਦੇਹੀ ਆ, ਇਹ ਮਾਇਆ ਦੀ ਪਕੜ ਵਿੱਚ ਨਹੀਂ ਹੁੰਦੀ, ਪਕੜ ਤੋਂ ਰਹਿਤ ਹੁੰਦੀ ਹੈ। ਖਾਂਦੇ ਪੀਂਦੇ ਆ, ਸਿਰਫ ਉਹ ਇੱਕ ਨਿਰਲੇਪ ਹੋ ਕੇ ਖਾਂਦੇ ਪੀਂਦੇ ਆ, ਮਨ ਕਰਕੇ ਨਹੀਂ ਉਹਨੂੰ ਭੋਗਦੇ, ਆਪਣੀ ਤ੍ਰਿਸ਼ਨਾ ਕਰਕੇ ਨਹੀਂ ਭੋਗਦੇ। ਪਰਮਾਤਮਾ ਨੇ ਪਰਖਣ ਵਾਸਤੇ ਜਦੋਂ ਪ੍ਰਸ਼ਾਦਾ ਛਕਣਾ ਸ਼ੁਰੂ ਕੀਤਾ ਤੇ ਘਰ ਦਾ ਸਾਰਾ ਆਟਾ ਪੱਕ ਗਿਆ, ਪਰ ਉਹ ਪ੍ਰਸ਼ਾਦਾ ਛਕਣੋਂ ਨਾ ਹਟਿਆ। ਉਹਨੇ ਚੁੱਕਿਆ ਤਸਲਾ ਤੇ ਗੁਆਂਢਣ ਕੋ ਜਾ ਵੜੀ।
ਕਹਿੰਦੀ ਆ ਭੈਣਾ ਕਿਵੇਂ ਆਈ ਹੈ? ਕਹਿੰਦੀ ਵੀ ਆ ਸਾਡਾ ਇੱਕ ਨੌਕਰ ਆ, ਪਤਾ ਨਹੀਂ ਅੱਜ ਨੂੰ ਕੀ ਹੜਬਾ ਹੋ ਗਿਆ, ਸਾਰੇ ਭਾਂਡੇ ਖਾਲੀ ਹੋ ਗਏ ਆਟੇ ਵਾਲੇ, ਖਾਣੋਂ ਹਟਦਾ ਹੀ ਨਹੀਂਗਾ। ਉਹ ਆਟਾ ਧਾਰਾ ਲੈ ਕੇ ਆਈ, ਆ ਕੇ ਘਰ ਵੇਖਿਆ ਤੇ ਉਹ ਸੇਵਾਦਾਰ ਉੱਥੋਂ ਗਾਇਬ ਹੋ ਗਿਆ। ਮੁੜ ਕੇ ਲੱਗੀ ਰੱਬ ਨੂੰ ਪੁੱਛਣ ਵੀ ਇਹ ਕੀ ਕੀਤਾ ਤੂੰ ਪਰਮਾਤਮਾ, ਸਾਨੂੰ ਕੋਈ ਨੌਕਰ ਮਿਲਿਆ ਤੂੰ ਸਾਡੇ ਕੋਲ ਉਹ ਵੀ ਨਹੀਂ ਰਹਿਣ ਦਿੱਤਾ, ਤੂੰ ਉਹ ਵੀ ਜਰ ਨਹੀਂ ਹੋਇਆ ਵੇਖ ਕੇ ਤੈਨੂੰ ਭਗਤ ਜੀ ਬਾਹਰੋਂ ਆ ਗਏ। ਭਗਤ ਜੀ ਕਹਿੰਦੇ ਕੀ ਗੱਲ ਹੋਈ ਭਗਵਾਨ ਨੇ? ਕਹਿੰਦੀ ਉਹ ਤੁਹਾਡਾ ਨੌਕਰ ਅੱਜ ਸਾਰਾ ਰਾਸ਼ਨ ਖਾ ਕੇ ਤੇ ਹੁਣ ਗਾਇਬ ਹੋ ਗਿਆ। ਉਹ ਕਹਿੰਦਾ ਭਾਗਾਂ ਵਾਲੀਏ ਇਹਦੇ ਵਿੱਚ ਉਹਦਾ ਕੋਈ ਦੋਸ਼ ਨਹੀਂ, ਦੋਸ਼ ਤੇਰਾ, ਤੂੰ ਜਾ ਕੇ ਗੁਆਂਢੀਆਂ ਦੇ ਘਰ ਉਹਦੀ ਨਿੰਦਿਆ ਕੀਤੀ ਆ। ਜਦੋਂ ਉਹਨੇ ਵਚਨ ਕੀਤਾ ਸੀ ਮੇਰੀ ਨਿੰਦਿਆ ਨਾ ਕਰਿਓ, ਕੰਮ ਮੈਂ ਵੱਧ ਤੋਂ ਵੱਧ ਕਰੂੰਗਾ, ਪਰ ਮੇਰਾ ਖਾਣਾ ਪੀਣਾ ਨਾ ਲਿਆ, ਤੂੰ ਫਿਰ ਉਹ ਕਰਦੀ। ਹੁਣ ਦੁੱਖ ਦਾ ਵੀ ਕਾਰਨ ਤੇਰਾ ਆਪਣਾ ਹੀ। ਆਓ ਸਤਿਗੁਰਾਂ ਨੇ ਕਿਸ ਤਰ੍ਹਾਂ ਦ੍ਰਿਸ਼ਟਾਂਤ ਬਖਸ਼ੇ ਨੇ, ਆਓ ਆਪਾਂ ਸ਼ਬਦ ਨੂੰ ਵੀ ਨਾਲ ਲਈਏ। ਸਾਰੀ ਸੰਗਤ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਤਕ ਕਰਮ ਕਮਾਵਣ ਦੋਸ਼ ਨ ਕਾਹੂ ਜੋਗ। ਕੱਤਕ ਦੇ ਮਹੀਨੇ ਦੁਆਰਾ ਉਪਦੇਸ਼ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ ਵੀ ਭਾਈ ਜਦੋਂ ਮਨੁੱਖ ਕਰਮ ਕਰਦਾ ਹੈ ਉਹਦਾ ਫਲ ਉਹਨੂੰ ਮਿਲਦਾ ਹੈ। ਚੰਗਾ ਕਰੇਗਾ ਤੇ ਸੁੱਖ ਮਿਲੇਗਾ, ਪੁੰਨ ਕਰੇਗਾ ਤੇ ਉਹਦਾ ਸੁੱਖ ਮਿਲੇਗਾ, ਔਰ ਮਾੜਾ ਕਰੇਗਾ ਤੇ ਉਹਦੀ ਫਿਰ ਸਜ਼ਾ ਦੁੱਖ ਹੀ ਮਿਲਣੀ। ਦੁੱਖ ਤੇ ਸੁੱਖ ਦੋਵੇਂ ਫਲ ਨੇ। ਹੁਣ ਆਪਾਂ ਕਣਕ ਬੀਜਣੀ ਆ, ਚਲੋ ਮਿਸਾਲ ਦੇ ਤੌਰ ਤੇ ਪਹਿਲਾਂ ਝੋਨਾ ਬੀਜਿਆ, ਝੋਨਾ ਵੱਢਿਆ। ਹੁਣ ਕਣਕ ਅੱਜ ਬੀਜੀ ਆ ਤੇ ਉਹਦਾ ਸਿੱਟਾ ਅੱਜ ਤਾਂ ਨਹੀਂ ਆਪਾਂ ਨੂੰ ਮਿਲ ਜਾਣਾ, ਉਹਦੇ ਫਲ ਦਾ ਇੰਤਜ਼ਾਰ ਕਰਨਾ ਪਊਗਾ। ਸਮੇਂ ਦਾ ਅੰਤ ਹੁੰਦਾ ਹੈ, ਵਿੱਚ ਅੰਤਰਾਲ ਹੁੰਦਾ ਹੈ, ਫਰਕ ਹੁੰਦਾ ਹੈ, ਉਸ ਸਮੇਂ ਦੇ ਨਾਲ ਉਹ ਬੀਜ ਫਲਦਾ ਹੈ। ਹੁਣ ਸਭ ਤੋਂ ਜ਼ਿਆਦਾ ਸਮਾਂ ਜਿਹੜਾ ਹੈ ਉਹ ਇਮਲੀ ਦਾ ਬੂਟਾ ਲੈਂਦਾ ਹੈ। ਮੇਰਾ ਖਿਆਲ ਜਿਹੜਾ ਬੰਦਾ ਇਮਲੀ ਦਾ ਬੂਟਾ ਲਾਊਗਾ ਉਹਦਾ ਫਲ ਨਹੀਂ ਲੈ ਸਕੇਗਾ, ਕਿਉਂਕਿ ਉਹਨੂੰ ਤਿਆਰ ਹੁੰਦਿਆਂ 35-36 ਸਾਲ ਲੱਗਦੇ ਆ, ਤੇ 35-36 ਸਾਲ ਦਾ ਸਮਾਂ ਕੋਈ ਥੋੜਾ ਨਹੀਂ ਹੁੰਦਾ। ਬੰਦੇ ਦੀ ਅੱਧੀਓਂ ਜ਼ਿਆਦਾ ਉਮਰ ਲੰਘ ਜਾਂਦੀ ਹੈ, 35 ਸਾਲ ਬਾਅਦ ਉਹਨੂੰ ਫਲ ਲੱਗਦਾ ਹੈ। ਹੁਣ ਬੀਜਣ ਵਾਲਾ ਤੇ ਭੁੱਲ ਗਿਆ, ਸਮਾਂ ਬੀਤ ਗਿਆ, ਜਦੋਂ ਫਲ ਹੱਥ 'ਚ ਆਇਆ ਉਦੋਂ ਉਹਨੂੰ ਯਾਦ ਆਇਆ ਵੀ ਇਹ ਫਲ ਦੁੱਖ ਦਾ ਕਿ ਸੁੱਖ ਦਾ ਹੈ। ਫਿਰ ਪਰਮਾਤਮਾ ਨੂੰ ਦੋਸ਼ ਦਿੰਦਾ ਹੈ ਜਾਂ ਕਿਸੇ ਦੂਸਰੇ ਨੂੰ ਦੋਸ਼ ਦਿੰਦਾ ਹੈ। ਅੱਜ ਕੱਲ੍ਹ ਰਾਜਨੀਤਿਕ ਜੀਵਨ ਦੇ ਵਿੱਚ ਵੀ ਮਨੁੱਖ ਜਿਹੜਾ ਤਗੜਾ ਹੈ, ਜਿਹਦੇ ਕੋਲ ਮਾਇਆ ਹੈ, ਉਹ ਗਲਤੀ ਕਰਕੇ, ਐਬ ਕਰਕੇ, ਦੋਸ਼ ਕਰਕੇ ਮੁੜ ਕੇ ਉਹਦੇ ਤੋਂ ਬਚਣ ਵਾਸਤੇ, ਉਹਦੇ 'ਤੇ ਪਰਦੇ ਪਾਉਣ ਵਾਸਤੇ ਚੰਗੇ ਚੰਗੇ ਵਕੀਲ ਲੱਭਦਾ, ਚੰਗੀਆਂ ਚੰਗੀਆਂ ਅਦਾਲਤਾਂ ਲੱਭਦਾ ਵੀ ਮੈਂ ਦੋਸ਼ ਸਾਬਤ ਹੋ ਜਾ, ਮੈਂ ਦੋਸ਼ੀ ਸਾਬਤ ਨਾ ਹੋ ਜਾ। ਦੋਸ਼ੀ ਉਹਨੇ ਦੂਸਰੇ ਨੂੰ ਕਰ ਦੇਣਾ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਸੰਤਾਂ ਭਿੰਡਰਾਂਵਾਲੇ ਦੇ ਸਮੇਂ ਜਥੇ ਜਾਂਦੇ ਹੁੰਦੇ ਸੀ, ਦਾਸ ਵੀ ਗਿਆ ਸੀ ਫਿਰੋਜ਼ਪੁਰ, ਇੱਕ ਰਾਤ ਉੱਥੇ ਕੱਟੀ। ਜਦੋਂ ਅਗਲੇ ਦਿਨ ਉਹ ਉੱਥੇ ਇੱਕ ਸਰਟੀਫਿਕੇਟ ਲਿਖਣ ਵਾਲਾ ਜਿਹੜਾ ਨੌਜਵਾਨ ਸੀ, ਪੜ੍ਹਿਆ ਲਿਖਿਆ ਚੰਗਾ ਸੀ, ਉਹਨੂੰ ਪੁੱਛਣ ਤੇ ਮੈਨੂੰ ਪਤਾ ਲੱਗਾ ਵੀ ਇਹ ਕਤਲ ਦੇ ਕੇਸ ਵਿੱਚ ਵੱਜਾ ਹੈ। ਉਹਨੂੰ ਪੁੱਛ ਲਿਆ, ਮੈਂ ਕਿਹਾ ਭਾਈ ਸਾਹਿਬ ਤੁਸੀਂ ਇੱਥੇ ਪੜ੍ਹੇ ਲਿਖੇ, ਤੁਹਾਨੂੰ ਕਤਲ ਕਰਨ ਦੀ ਕੀ ਲੋੜ ਪੈ ਗਈ? ਕਹਿੰਦਾ ਭਰਾ ਮੈਂ ਕੀਤਾ ਨਹੀਂਗਾ, ਕੀਤਾ ਤੇ ਕਿਸੇ ਹੋਰ ਨੇ ਪਾ ਮੇਰੇ ਦਿੱਤਾ, ਮੇਰੇ ਤੇ ਪਾ ਕੇ ਮੈਨੂੰ ਅੰਦਰ ਨਜਾਇਜ਼ ਧੱਕ ਦਿੱਤਾ, ਮੈਂ ਉਹ ਸਜ਼ਾ ਭੁਗਤਾਂਗਾ। ਇਸ ਤਰ੍ਹਾਂ ਵੀ ਛਾਤਰ ਲੋਕ ਜਿਹੜੇ ਕਰ ਜਾਂਦੇ ਨੇ। ਹੁਣ ਕਰਮ ਤੇ ਬੰਦੇ ਨੇ ਆਪ ਕੀਤਾ ਹੁੰਦਾ, ਕਰਮ ਕਰਕੇ ਭੁੱਲ ਜਾਂਦਾ ਹੈ, ਉਮਰਾਂ ਲੰਘ ਜਾਂਦੀਆਂ, ਜਨਮ ਲੰਘ ਜਾਂਦੇ ਆ। ਜਦੋਂ ਫਲ ਹੱਥ 'ਚ ਆਉਂਦਾ ਦੁੱਖ ਦਾ ਤੇ ਸੁੱਖ ਦਾ, ਉਦੋਂ ਫਿਰ ਵਾਹਿਗੁਰੂ ਨੂੰ ਦੋਸ਼ ਦਿੰਦਾ। ਮਹਾਰਾਜ ਕਹਿੰਦੇ ਦੋਸ਼ ਦੇਣਾ ਠੀਕ ਨਹੀਂ ਹੈ, ਦੱਦਾ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨਾ। ਇਹ ਵੀ ਗੁਰਬਾਣੀ ਦੇ ਬੋਲ ਨੇ। ਹੁਣ ਥੋੜ੍ਹੀ ਜਿਹੀ ਗੱਲ ਆਪਾਂ ਹੋਰ ਵੀ ਕਰ ਲਈਏ, ਥੋੜ੍ਹੀ ਜਿਹੀ ਅੱਗੇ ਚੱਲਣ ਤੋਂ ਪਹਿਲਾਂ। ਹੁਣ ਸਭ ਤੋਂ ਮਾੜਾ ਕਰਮ ਆਪਾਂ ਸਾਰਿਆਂ ਲੋਕਾਂ ਨੇ ਕਿਹੜਾ ਬੀਜ ਲਿਆ ਹੈ? ਮੈਨੂੰ ਜਾਂਚ ਦੇ ਦਿਓ ਗੱਲ ਕਰਨ ਦੀ। ਇਹ ਨਾ ਕਹਿ ਦਿਓ ਕਿ ਗੁਰਬਾਣੀ ਤੋਂ ਬਾਹਰ ਹੋ ਗਿਆ ਵਾ। ਗੁਰਬਾਣੀ ਤੋਂ ਬਾਹਰ ਨਹੀਂ ਗੱਲ, ਗੁਰਬਾਣੀ ਸਦਾ ਹੀ ਵਰਤਮਾਨ ਹੈ। ਇਹ ਜਦੋਂ ਦੁਨੀਆ ਨਹੀਂ ਸੀ ਬਣੀ ਉਦੋਂ ਵੀ ਵਰਤਮਾਨ ਸੀ, ਯੁੱਗਾਂ ਦੇ ਆਰੰਭ ਵਿੱਚ ਵੀ ਵਰਤਮਾਨ ਸੀ, ਗੁਰੂ ਸਾਹਿਬ ਦੇ ਸਮੇਂ ਵਿੱਚ ਵੀ ਇਹ ਵਰਤਮਾਨ ਸੀ, ਇਹ ਅੱਜ ਵੀ ਵਰਤਮਾਨ ਆ, ਤੇ ਆਉਣ ਵਾਲੇ ਸਮੇਂ ਵਿੱਚ ਵੀ ਇਹ ਵਰਤਮਾਨ ਦੀ ਹੀ ਗੱਲ ਕਰੂਗੀ। ਬਾਕੀ ਕੋਈ ਕਿਤਾਬ ਪੜ੍ਹ ਲਓਗੇ, ਕੋਈ ਗ੍ਰੰਥ ਪੜ੍ਹ ਲਓਗੇ, ਤੁਹਾਨੂੰ ਉਹ ਪੁਰਾਣਾ ਜਾਪੇਗਾ, ਉਹ 'ਚ ਮਨ ਨਹੀਂ ਲੱਗੇਗਾ, ਉਹ 'ਚ ਮਨ ਬੇਰਸ ਹੋ ਜਾਵੇਗਾ। ਪਰ ਗੁਰਬਾਣੀ ਜਿੰਨੀ ਵਾਰ ਮਰਜ਼ੀ ਪੜ੍ਹੋ, ਇਹ ਬੇਰਸ ਨਹੀਂ ਹੁੰਦੀ,
ਇਹ ਹੋਰ ਜ਼ਿਆਦਾ ਰਸ ਦਿੰਦੀ ਹੈ, ਆਨੰਦ ਦਿੰਦੀ ਹੈ। ਇਸ ਕਰਕੇ ਮੈਂ ਵਿੱਚ ਗੱਲ ਕਹਿਣ ਲੱਗਾ ਹਾਂ। ਹੁਣ ਆਪਾਂ ਜਦੋਂ ਆਪਣਾ ਨੁਮਾਇੰਦਾ ਕੋਈ ਚੁਣਦੇ ਆ ਨਾ, ਚੱਜ ਨਾਲ ਵੇਖ ਕੇ ਨਹੀਂ ਚੁਣਦੇ। ਹੁਣ ਚੁਣ ਲਿਆ ਨਾ ਚਾਹ ਬਣਾਉਣ ਵਾਲਾ, ਵੇਖ ਲਓ ਕਿੰਨੇ ਚੱਕਰ ਪਾਏ ਇਹਨੇ, ਕਿੰਨੇ ਇਹਨੇ ਅੱਛੇ ਦਿਨ ਕਰ ਕਰਕੇ ਇਹਨੇ ਮਾੜੇ ਦਿਨ ਲਿਆ ਕੇ ਸਾਰਾ ਕੁਝ ਹੀ ਬਰਬਾਦ ਕਰ ਦਿੱਤਾ ਜੀ। ਤੇ ਇੱਕ ਗੱਲ ਦਾ ਚੇਤਾ ਰੱਖਿਓ, ਜੇ ਇਹ ਪਹਿਲੀ ਗੱਲ ਤੇ ਸੰਗਤਾਂ ਸਾਰੇ ਪੰਜਾਬੀ ਸਾਰੇ ਡਟੇ ਆ ਇਹਨਾਂ ਬਿੱਲਾਂ ਦੇ ਵਿਰੋਧ ਨੂੰ। ਜਿਸ ਤਰ੍ਹਾਂ ਐਮਰਜੈਂਸੀ ਲਾਈ ਸੀ ਇੰਦਰਾ ਗਾਂਧੀ ਨੇ, ਤੇ ਉਦੋਂ ਵੀ ਮੋਰਚੇ ਲਾ ਕੇ ਸਿੰਘਾਂ ਨੇ ਉਹ ਮੋਰਚਾ ਜਿੱਤਿਆ ਸੀ, ਜਿੱਤਿਆ ਤੇ ਜਾਊਗਾ। ਪਰ ਲੋੜ ਸਾਰਿਆਂ ਨੂੰ ਹੰਬਲਾ ਮਾਰਦੀ, ਕਿਉਂਕਿ ਬੀਜ ਆਪਾਂ ਆਪ ਬੀਜ ਲਿਆ, ਉਹਨੂੰ ਆਪਾਂ ਬਣਾ ਬੈਠੇ। ਹੁਣ ਵੇਖੋ, ਕੋਈ ਗ੍ਰਸਤੀ ਬੰਦਾ ਹੋਵੇ, ਕੋਈ ਟੱਬਰ ਵਾਲਾ ਹੋਵੇ, ਕੋਈ ਬੱਚਿਆਂ ਵਾਲਾ ਹੋਵੇ, ਉਹਨੂੰ ਪਤਾ ਹੋਵੇ ਕਿ ਗ੍ਰਸਥ ਜੀਵਨ ਕਿਵੇਂ ਚੱਲਦਾ ਹੈ, ਗੁਜ਼ਾਰੇ ਕਿਸ ਤਰ੍ਹਾਂ ਕੀਤੇ ਜਾਂਦੇ, ਉਹ ਦੂਜੇ ਦਾ ਵੀ ਫਿਰ ਦੁੱਖ ਸਮਝਦਾ ਵੀ ਇਹਦਾ ਗੁਜ਼ਾਰਾ ਵੀ ਕਿਸ ਤਰ੍ਹਾਂ ਹੁੰਦਾ ਵਾ। ਜਿਹਦਾ ਆਪਣਾ ਹੀ ਕੁਛ ਨਹੀਂ, ਏਸੀਆਂ ਕਮਰਿਆਂ 'ਚ ਬਹਿ ਜਾਣਾ ਗਰਮੀਆਂ 'ਚ, ਸਿਆਲ 'ਚ ਬਹਿ ਜਾਣਾ ਹੀਟਰ ਵਾਲਾ, ਤੇ ਉੱਥੇ ਬਹਿ ਕੇ ਫੈਸਲੇ ਠੋਕੀ ਜਾਣੇ ਤੇ ਤਗੜਿਆਂ ਲੋਕਾਂ ਦੀ ਸਪੋਰਟ ਕਰੀ ਜਾਣੀ। ਉਦੋਂ ਬਣਾਉਣ ਵੇਲੇ ਆਪਾਂ ਵੀ ਨਹੀਂ ਸੋਚਦੇ। ਤੁਹਾਡੇ 'ਚੋਂ ਵੀ ਕੋਈ ਚਲੋ ਹੈਗੇ ਆ, ਕੋਈ ਕਾਂਗਰਸ ਦੇ ਸਪੋਰਟ ਆ, ਕੋਈ ਇਹਨਾਂ ਦੇ ਸਪੋਰਟ ਆ, ਕੋਈ ਅਕਾਲੀਆਂ ਦੇ ਸਪੋਰਟ ਆ। ਮੈਂ ਇਹਨਾਂ ਦੀ ਗੱਲ ਨਹੀਂ ਕਰਦਾ। ਇਸ ਵੇਲੇ ਤੁਸੀਂ ਜਿਹਦੇ ਨਾਲ ਮਰਜ਼ੀ ਸੰਬੰਧਿਤ ਹੋਵੋ, ਇਸ ਵੇਲੇ ਤੁਸੀਂ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਜੇ, ਗੁਰੂ ਦੇ ਸਿੱਖ ਜੋ। ਸਭ ਤੋਂ ਪਹਿਲਾਂ ਗੁਰੂ ਦੇ ਸਿੱਖ ਜੋ, ਗੁਰੂ ਦੇ ਸੇਵਕ ਜੋ। ਇਹ ਪਾਰਟੀਆਂ ਵਾਲੇ ਆਪਾਂ ਬਾਅਦ ਵਿੱਚ, ਪਰ ਇਹਨਾਂ ਦਾ ਖਿਆਲ ਕਰ ਲਿਆ ਕਰੋ, ਗੁਰੂ ਦੇ ਦ੍ਰਿਸ਼ਟਾਂਤ ਦੇ ਅਨੁਸਾਰ ਇਹ ਕੰਮ ਕਰਨਾ ਆਪਾਂ ਨੂੰ ਬਣਦਾ ਸੀ। ਇੱਕ ਵਾਰ ਕਰ ਲਿਆ, ਮੁੜ ਕੇ ਦੁਬਾਰੇ ਫੇਰ ਬਣਾ ਬੈਠੇ ਹੋ। ਹੁਣ ਚੰਗੇ ਉਹਨੇ ਅੱਛੇ ਦਿਨ ਲਿਆਂਦੇ, ਪਹਿਲਾਂ ਨੋਟ ਬੰਦ ਕੀਤੇ, ਹੁਣ ਸਾਡੇ ਫਸਲਾਂ ਦੇ ਭਾਅ ਡੇਗਤੇ, ਸਾਡੀਆਂ ਜ਼ਮੀਨਾਂ, ਸਾਡੇ ਘਰ ਘਾਟ ਉਹ ਖੋਣ ਦੇ ਉੱਤੇ ਆਇਆ ਹੈ। ਇਸ ਕਰਕੇ ਇਹ ਆਪਾਂ ਆਪ ਬੀਜ ਬੀਜਿਆ ਵਾ, ਇਹ ਗਲਤੀਆਂ ਸਾਡੀਆਂ ਆਪਣੀਆਂ ਹੈ। ਹੁਣ ਉਹ ਸਜ਼ਾ ਵੀ ਆਪਾਂ ਆਪ ਹੀ ਭੋਗ ਰਹੇ। ਤਾਂ ਕਰਕੇ ਮਹਾਰਾਜ ਕਹਿੰਦੇ, ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਹੁਣ ਦੂਜੇ ਨੂੰ ਦੋਸ਼ ਦੇਣਾ ਉਚਿਤ ਨਹੀਂ। ਹੁਣ ਜੋ ਆਪਾਂ ਬੀਜ ਲਿਆ ਉਹਦਾ ਫਲ ਤੇ ਭੋਗਣਾ ਹੀ ਪੈਣਾ, ਗੁਰੂ ਮਿਹਰ ਕਰੇ। ਇਸ ਕਰਕੇ ਮਹਾਰਾਜ ਕਹਿੰਦੇ ਵੀ ਦੋਸ਼ ਦੇਣਾ ਠੀਕ ਨਹੀਂ, ਦੋਸ਼ ਆਪਣੇ ਆਪ ਨੂੰ ਦਿਓ, ਆਪਣੇ ਅੰਦਰ ਝਾਤੀ ਮਾਰੋ। ਇਸ ਕਰਕੇ ਮਹਾਰਾਜ ਕਹਿੰਦੇ, ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਇਹ ਅੱਜ ਤੋਂ 35-36 ਸਾਲ ਜਦੋਂ ਭਿੰਡਰਾਂ ਵਾਲੇ ਹੁੰਦੇ ਸੀ ਨਾ, ਉਦੋਂ ਇੱਕ ਆਨੰਦਪੁਰ ਦੇ ਮਤੇ ਦੀ ਕਾਪੀ ਆਈ ਸੀ, ਸਾਡੇ ਵੀ ਨਾਲ ਦਾ ਲਿਆਇਆ ਸੀ, ਮੈਂ ਥੋੜ੍ਹੀ ਜਿਹੀ ਵੇਖੀ ਸੀ। ਉਹਦੇ ਵਿੱਚ ਸਾਰੇ ਮਸਲੇ ਇਹੋ ਕਿਸਾਨਾਂ ਦੇ ਹੀ ਲਿਖੇ ਆ, ਪੰਜਾਬ ਦੇ ਹੀ ਲਿਖੇ ਆ, ਪਾਣੀਆਂ ਦੇ ਹੀ ਲਿਖੇ ਆ। ਪਰ ਅਸੀਂ ਲੋਕਾਂ ਨੇ ਸਮਝਿਆ ਨਹੀਂ ਗੱਲ ਨੂੰ। ਜੋ ਮੀਡੀਆ ਨੇ ਕਹਿਤਾ, ਜੋ ਸਰਕਾਰ ਨੇ ਕਹਿਤਾ, ਉਹ ਸੱਚ ਮੰਨ ਕੇ ਤੇ ਆਪਾਂ ਮਗਰ ਤੁਰੇ ਗਏ, ਮੀਰ ਦੇ ਫਕੀਰ ਬਣ ਕੇ, ਤੇ ਹੁਣ ਆਪਾਂ ਤੰਗ ਹੋਏ ਪਏ। ਇਸ ਕਰਕੇ ਮਹਾਰਾਜ ਕਹਿੰਦੇ, ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜਦੋਂ ਪਰਮੇਸ਼ਰ ਭੁੱਲ ਜਾਂਦਾ, ਫਿਰ ਸਾਰੇ ਰੋਗ ਆਣ ਕੇ, ਦੁੱਖ ਆਣ ਕੇ ਚੰਬੜ ਜਾਂਦੇ। ਖਸਮ ਵਿਸਾਰ ਕੀਏ ਰਸ ਭੋਗ, ਤਾ ਤਨ ਉੱਠ ਖਲੋਏ ਰੋਗ। ਜਦੋਂ ਪਰਮੇਸ਼ਰ ਦਾ ਨਾਮ ਅੰਦਰੋਂ ਵਿਸਰ ਜਾਂਦਾ, ਭੁੱਲ ਜਾਂਦਾ, ਤੇ ਉਦੋਂ ਫਿਰ ਰੋਗ ਆ ਕੇ ਚੰਬੜ ਜਾਂਦੇ ਆ। ਇੱਕ ਮਕਾਨ ਹੋਵੇ ਨਾ ਬਣਿਆ, ਜੇ ਤੇ ਉਹਦੇ ਵਿੱਚ ਕੋਈ ਵੱਸਦਾ ਏ, ਉਹਨੂੰ ਸਾਫ਼ ਕਰਦਾ ਏ, ਝਾੜੂ ਮਾਂਜਾ ਕਰਦਾ ਏ, ਫੇਰ ਤਾਂ ਉਹਦੇ ਵਿੱਚ ਕੋਈ ਐਰਾ ਗੈਰਾ ਆ ਕੇ ਨਹੀਂ ਬਹਿ ਸਕਦਾ। ਕੋਈ ਜਾਲਾ ਨਹੀਂ ਲੱਗੇਗਾ, ਕੋਈ ਸੱਪ ਸਪੂਆ ਨਹੀਂ ਸੂਏਗਾ, ਕੋਈ ਹੋਰ ਜਾਨਵਰ ਵਾਸਾ ਨਹੀਂ ਕਰੇਗਾ, ਕੋਈ ਭੂਤ ਪ੍ਰੇਤ ਵਾਸਾ ਨਹੀਂ ਕਰੇਗਾ। ਤੇ ਜੇਕਰ ਉਹਦੇ ਵਿੱਚ ਨਹੀਂ ਕੋਈ ਵੱਸਦਾ, ਤਾਂ ਉੱਥੇ ਜਾਲਾ ਵੀ ਲੱਗਣਾ, ਉਹ 'ਚ ਸੱਪਾਂ ਨੇ ਵੀ ਸੋਣਾ, ਠੂੰਗਿਆਂ ਨੇ ਵੀ ਸੋਣਾ, ਘਾਹ ਬੂਟ ਵੀ ਉੱਗਣਾ। ਇਹ ਸਾਡਾ ਮਨ, ਸਾਡਾ ਸਰੀਰ ਇੱਕ ਮਕਾਨ ਹੀ ਹੈ। ਤੇ ਜਦੋਂ ਇਹਦੇ ਵਿੱਚ ਪਰਮਾਤਮਾ ਨਿਵਾਸ ਕਰਦਾ, ਤੇ ਫਿਰ ਇਹਨੂੰ ਕੋਈ ਦੁੱਖ ਨਹੀਂ ਆਉਂਦਾ। ਇਹਦੇ ਵਿੱਚ ਗਿਆਨ ਪ੍ਰਵੇਸ਼ ਕਰਦਾ ਹੈ। ਤੇ ਜਦੋਂ ਪਰਮਾਤਮਾ ਦਾ ਨਾਮ ਵਿੱਚੋਂ ਵਿਸਰ ਜਾਂਦਾ, ਤੇ ਫਿਰ ਉਹਦੇ ਵਿੱਚ ਦੁੱਖ ਆ ਜਾਂਦੇ ਆ, ਕਲੇਸ਼ ਆ ਜਾਂਦੇ ਆ, ਈਰਖਾ ਆ ਜਾਂਦੀ ਆ, ਮਾਇਆ ਰੂਪੀ ਜਿਹੜੇ ਗੁਣ ਨੇ ਉਹ ਆਣ ਕੇ ਵਿੱਚ ਵਾਸਾ ਕਰ ਲੈਂਦੇ ਆ, ਤੇ ਬੰਦੇ ਨੂੰ ਕਰਾਏ ਪਾ ਦਿੰਦੇ ਆ। ਇਸ ਕਰਕੇ ਮਹਾਰਾਜ ਕਹਿੰਦੇ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਵੇਮੁਖ ਹੋਏ ਰਾਮ ਤੇ ਲੱਗਨ ਜਨਮ ਵਿਜੋਗ। ਜਦੋਂ ਵਾਹਿਗੁਰੂ ਤੋਂ ਮਨ ਬੇਮੁਖ ਹੋ ਜੇ ਨਾ, ਤੇ ਫਿਰ ਜਨਮ ਦਰ ਜਨਮ ਪਰਮਾਤਮਾ ਤੋਂ ਦੂਰੀ ਵੱਧ ਜਾਂਦੀ ਹੈ। ਹੁਣ ਨਰਕ ਤੇ ਸਵਰਗ ਦੀ ਗੱਲ ਬੜੀ ਚੱਲਦੀ ਹੈ, ਤੇ ਉਹ ਜਦੋਂ ਗੱਲ ਚੱਲਦੀ ਤੇ ਬੰਦਾ ਸੋਚਦਾ ਵੀ ਸਵਰਗ ਖਣੀ ਕੋਈ ਹੋਟਲ ਵਰਗਾ ਵਾ,
ਉਹਦੇ ਵਿੱਚ ਉਹਦੇ ਲਈ ਕਮਰਾ ਅਲਾਟ ਹੈ। ਇਹ ਗੱਲ ਨਹੀਂ ਗੀ। ਸਵਰਗ ਇੱਥੇ ਹੀ ਹੈ। ਜੇ ਘਰ ਦੇ ਵਿੱਚ ਪਰਿਵਾਰ ਆਗਿਆਕਾਰ ਹੈ, ਪਤੀ ਪਤਨੀ ਦੀ ਬਣਦੀ ਹੈ, ਬੱਚੇ ਆਗਿਆਕਾਰ ਹੈ, ਵਰਤਣ ਵਾਲੀ ਹਰ ਚੀਜ਼ ਘਰ ਦੇ ਵਿੱਚ ਮੌਜੂਦ ਹੈ, ਉਹ ਆ ਸਵਰਗ। ਸਵੈ ਵਰਗ, ਜਿਹੜੀ ਚੀਜ਼ ਚਾਹੀਦੀ ਉਹਦੀ ਪ੍ਰਾਪਤੀ ਹੁੰਦੀ ਹੋਵੇ, ਉਹ ਸਵਰਗ ਹੈ। ਤੇ ਨਰਕ ਕਿਹੜਾ, ਤੁਸੀਂ ਅੰਦਾਜ਼ਾ ਆਪ ਹੀ ਲਾ ਲਓ। ਜਿੱਥੇ ਕੋਈ ਪੂਰਤੀ ਬਣਾਉਂਦੀ ਹੋਵੇ, ਕੋਈ ਦਵਾਈ ਬੂਟੀ ਨੂੰ ਪੈਸਾ ਬਣਾ ਹੋਵੇ, ਘਰ ਦੇ ਪਰਿਵਾਰ ਦੀ ਆਪਸ ਵਿੱਚ ਦੀ ਬਣਦੀ ਬਣਾ ਹੋਵੇ, ਉਹਨਾਂ ਦੇ ਘਰ 'ਚ ਕੋਈ ਆਉਂਦਾ ਜਾਂਦਾ ਨਾ ਹੋਵੇ, ਜਿੰਦਰੇ ਵੱਜੇ ਹੋਣ, ਜੇਲ੍ਹ ਖਾਨਾ ਬਣਿਆ ਹੋਵੇ, ਉਹ ਤੋਂ ਵੱਡਾ ਤਾਂ ਕੋਈ ਨਰਕ ਹੀ ਨਹੀਂ। ਕੋਈ ਨਰਕ ਸਵਰਗ ਕੋਈ ਉੱਪਰ ਨਹੀਂ ਗਏ, ਇੱਥੇ ਹੀ ਨੇ। ਇਸ ਕਰਕੇ ਇਹ ਨਰਕਾਂ ਸਵਰਗਾਂ ਦੇ ਜਿਹੜੇ ਰੋਗ ਨੇ, ਫਲ ਨੇ, ਦੁੱਖ ਸੁੱਖ ਨੇ, ਇਹ ਸਾਡੇ ਆਪਣੇ ਕੀਤੇ ਹੋਏ ਕਰਮਾਂ ਦੇ ਨਾਲ ਪੈਦਾ ਹੁੰਦੇ ਨੇ, ਪ੍ਰਾਪਤ ਹੁੰਦੇ ਨੇ। ਇੱਕ ਜਨਮ ਦੀ ਗੱਲ ਨਹੀਂ, ਪਤਾ ਨਹੀਂ ਕਿੰਨੇ ਕੁ ਜਨਮਾਂ ਤੋਂ ਬੰਦਾ ਇਸ ਤਰ੍ਹਾਂ ਹੀ ਤੁਰਿਆ ਆਉਂਦਾ ਹੈ। ਜਿਹੜਾ ਕਰਮ ਮਨ ਕਰਕੇ ਕਰਦਾ, ਉਹਦੀ ਮਨ ਦੇ ਉੱਤੇ ਸ਼ਾਖ ਬਣ ਜਾਂਦੀ ਹੈ, ਸੰਸਕਾਰ ਬਣ ਜਾਂਦਾ ਹੈ। ਉਸੇ ਦੇ ਅਨੁਸਾਰ ਹੀ ਫਿਰ ਉਹਨੂੰ ਜਨਮ ਦਰ ਜਨਮ ਚੰਗੇ ਕਰਮਾਂ ਦੇ ਅਨੁਸਾਰ ਪਰਮਾਤਮਾ ਦੀ ਨੇੜਤਾ ਪ੍ਰਾਪਤ ਹੋ ਜਾਂਦੀ ਹੈ, ਅਤੇ ਮਾੜੇ ਕਰਮਾਂ ਦੇ ਅਨੁਸਾਰ ਦੂਰੀ ਹੋ ਜਾਂਦੀ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਇਹੋ ਹੀ ਕਰਮਾਂ ਹੈ। ਆਪੋ ਆਪਣੇ ਕਰਮਾਂ ਦੇ ਅਨੁਸਾਰ ਕੋਈ ਉਹਦੀ ਦੂਰੀ ਪਾ ਲੈਂਦਾ ਹੈ ਮਾੜੇ ਕਰਮਾਂ ਦੇ ਨਾਲ, ਤੇ ਕੋਈ ਚੰਗੇ ਕਰਮਾਂ ਨਾਲ ਉਹਦੀ ਨੇੜਤਾ ਪ੍ਰਾਪਤ ਕਰ ਲੈਂਦਾ। ਇਸ ਕਰਕੇ ਮਹਾਰਾਜ ਕਹਿੰਦੇ ਵੇਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ, ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਇਹ ਜਿਹੜੇ ਪਦਾਰਥ ਵਰਤਣ ਵਾਲੇ ਨੇ, ਗੱਡੀਆਂ ਚੜ੍ਹ ਕੇ ਜਾਣ ਵਾਲੀਆਂ, ਖਾਣ ਪੀਣ ਦੇ ਆਮ ਪਦਾਰਥ, ਪਹਿਨਣ ਵਾਲਾ ਕੱਪੜਾ, ਮਹਾਰਾਜ ਕਹਿੰਦੇ ਇਹ ਇੱਕ ਖਿਣ ਵਿੱਚ ਹੀ ਕੌੜੇ ਹੋ ਜਾਣੇ, ਬੇਰਸ ਹੋ ਜਾਣੇ। ਕਿਉਂਕਿ ਦੰਦ ਨਿਕਲ ਗਏ ਤੇ ਖਾਣ ਵਾਲੀ ਚੀਜ਼ ਦਾ ਰਸ ਨਹੀਂ ਆਉਣਾ। ਬੰਦਾ ਸੰਗੀਤ ਸੁਣਦਾ ਹੈ, ਕੰਨ ਬੋਲੇ ਹੋ ਗਏ, ਸੰਗੀਤ ਨਹੀਂ ਸੁਣਿਆ ਜਾਣਾ। ਲੱਤਾਂ ਪੈਰ ਕੰਮ ਨਹੀਂ ਕਰਨਗੇ, ਆਪੇ ਸਰੀਰ ਬੇਰਸ ਹੋ ਗਿਆ। ਡਾਕਟਰ ਨੇ ਕਹਿਣਾ ਤੂੰ ਘਿਓ ਨਾ ਖਾਈ, ਤੇਰਾ ਬਲੱਡ ਵੱਧ, ਤੂੰ ਖੰਡ ਨਾ ਖਾਵੀਂ, ਤੈਨੂੰ ਸ਼ੂਗਰ ਹੋ ਜਾਊਗੀ। ਇਸ ਤਰ੍ਹਾਂ ਵਗੈਰਾ ਜਦੋਂ ਸਰੀਰ ਇਹਨਾਂ ਪਦਾਰਥਾਂ ਨੂੰ ਝੱਲਣ ਜੋਗਾ ਨਹੀਂ ਰਹਿੰਦਾ, ਪਚਾਉਣ ਜੋਗਾ ਨਹੀਂ ਰਹਿੰਦਾ, ਉਹ ਪਦਾਰਥ ਬੇਰਸ ਹੋ ਜਾਂਦੇ। ਦੂਜੇ ਪਾਸੇ ਧੀਆਂ ਪੁੱਤ ਨੇ, ਉਹਨਾਂ ਨੂੰ ਕਿੰਨੇ ਪਿਆਰ ਨਾਲ ਪਾਲਿਆ ਜਾਂਦਾ ਹੈ, ਲਾਡ ਲੜਾਏ ਜਾਂਦੇ ਆ, ਮੁੜ ਕੇ ਉਹੋ ਹੀ ਕਹਿ ਦਿੰਦੇ ਆ ਬਾਪੂ ਪਰਾਂ ਗਲੋਂ ਲਾਏ, ਮੰਜੇ ਤੇ ਖੰਘੀ ਜਾਂਦਾ ਹੈ, ਗੰਦ ਪਾਈ ਜਾਂਦਾ ਹੈ। ਉਹ ਵੀ ਬੇਰਸ ਹੋ ਗਏ। ਕਹਿਣ ਦਾ ਭਾਵ ਵੀ ਪਰਮਾਤਮਾ ਤੋਂ ਬਿਨਾਂ ਕੋਈ ਮਿੱਤ ਨਹੀਂ ਗਾ। ਇਹ ਸਾਰੇ ਜਿੰਨੇ ਸੰਸਾਰ ਦੇ ਪਦਾਰਥ ਨੇ, ਇਹ ਅਖੀਰ ਦੇ ਸਮੇਂ ਤੇ ਜਾ ਕੇ ਬੇਰਸ ਹੋ ਜਾਂਦੇ ਆ, ਕੌੜੇ ਹੋ ਜਾਂਦੇ ਆ। ਖਿਨਵੇਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ, ਵਿੱਚ ਨਾ ਕੋਈ ਕਰ ਸਕਾ ਕਿਸ ਤੈ ਰੋਵੇ ਰੋਜ਼। ਫਿਰ ਮਨੁੱਖ ਆਪਣੇ ਸੰਗੀ ਸਾਥੀਆਂ ਕੋ, ਮਿਲਣ ਗਿਲਣ ਵਾਲਿਆਂ ਕੋ ਰੋਣੇ ਰੋਂਦਾ ਤੇ ਮੈਂ ਦੁਖੀ ਬੜਾ, ਮੈਨੂੰ ਨਹੁੰ ਪੁੱਤ ਨਹੀਂ ਪੁੱਛਦੇ, ਮੇਰਾ ਪੁੱਤ ਆਖੇ ਨਹੀਂ ਲੱਗਦਾ, ਮੇਰੇ ਪੋਤਰੇ ਮੇਰੇ ਕੋਲ ਨਹੀਂ ਆਉਂਦੇ। ਆ ਮਸਕੀਨ ਜੀ ਆਂਦੇ ਹੁੰਦੇ ਸਨ ਨਾ, ਕਹਿੰਦੇ ਇੱਕ ਬਜ਼ੁਰਗ ਆਣ ਕੇ ਗਿਲਾ ਕਰਨ ਲੱਗ ਪਿਆ ਵੀ ਮਸਕੀਨ ਜੀ ਕੀ ਕਰਾਂ, ਮੇਰੇ ਪੋਤਰੇ ਮੇਰੀ ਗੱਲ ਨਹੀਂ ਸੁਣਦੇ, ਮੇਰੇ ਕੋਲ ਨਹੀਂ ਆਉਂਦੇ, ਮੇਰਾ ਜੀ ਕਰਦਾ ਮੈਂ ਉਹਨਾਂ ਨੂੰ ਕੋਲ ਪਾਵਾਂ। ਤੇ ਮਸਕੀਨ ਹੋਣਾ ਪਤਾ ਕੀ ਉੱਤਰ ਦਿੱਤਾ ਸੀ ਉਹਨੂੰ? ਕਹਿਣ ਲੱਗਾ ਬਾਬਾ ਜੀ ਹੁਣ ਹੌਸਲਾ ਕਰ ਲਓ, ਜਦੋਂ ਕੋਈ ਚੀਜ਼ ਪੁਰਾਣੀ ਹੋ ਜੇ ਉਹਨੂੰ ਪਸੰਦ ਨਹੀਂ ਕੋਈ ਕਰਦਾ, ਪੁਰਾਣਾ ਮਕਾਨ ਹੋ ਜੇ ਕੋਈ ਉਹਨੂੰ ਪਸੰਦ ਨਹੀਂ ਕਰਦਾ, ਕੋਈ ਗੱਡੀ ਪੁਰਾਣੀ ਹੋ ਜੇ ਉਹਨੂੰ ਪਸੰਦ ਨਹੀਂ ਕਰਦਾ, ਕੋਈ ਕੱਪੜਾ ਪੁਰਾਣਾ ਹੋ ਜੇ ਉਹਨੂੰ ਪਸੰਦ ਨਹੀਂ ਕਰਦਾ। ਕਹਿੰਦਾ ਸਾਡੇ ਵੀ ਸਰੀਰ ਪੁਰਾਣੇ ਆ, ਬਾਣ ਹੋ ਗਏ, ਇਹਨਾਂ ਨੂੰ ਬੱਚਿਆਂ ਨੇ ਕਿੱਥੋਂ ਪਸੰਦ ਕਰਨਾ, ਕਿੱਥੋਂ ਲਾ ਕੇ ਬਹਿਣਾ ਵਾ। ਇਸ ਕਰਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਿਆ ਕਰੋ, ਉਹਨੇ ਤੇਰਾ ਸਹਾਈ ਹੋਣਾ, ਪੋਤਰਿਆਂ ਪਾਤਰਿਆਂ ਨੇ ਨਹੀਂ ਹੋਣਾ। ਤਾਂ ਕਰਕੇ ਮਹਾਰਾਜ ਦੇ ਵਿੱਚ ਕੋਈ ਕੁਛ ਨਹੀਂ ਕਰ ਸਕਦਾ। ਤੇ ਜਿਹਦੇ ਕੋਲ ਤੂੰ ਰੋਣੇ ਰੋਂਦਾ ਫਿਰਦਾ, ਉਹ ਤੇ ਆਪ ਦੁਖੀ ਆ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਜਿਸ ਮਨੁੱਖ ਪੈ ਕਰੇ ਬੇਨਤੀ, ਸੋ ਆਪਣੇ ਹੀ ਦੁੱਖ ਭਰਿਆ। ਤੁਸੀਂ ਆਪਣਾ ਦੁੱਖ ਕਿਸੇ ਦੇ ਗਾੜੀ ਜ਼ਾਹਰ ਕਰੋਗੇ, ਅਗਲਾ ਆਪਣੇ ਤੁਹਾਡੇ ਗਾੜੀ ਜ਼ਾਹਰ ਕਰੂਗਾ। ਬਸ ਇਹ ਵਟਾਂਦਰਾ ਚੱਲ ਪੈਂਦਾ। ਤਾਂ ਹੀ ਗੁਰੂ ਨਾਨਕ ਪਾਤਸ਼ਾਹ ਨੂੰ ਕਹਿਣਾ ਪਿਆ, ਨਾਨਕ ਦੁਖੀਆ ਸਭ ਸੰਸਾਰ, ਇੱਥੇ ਕੋਈ ਵੀ ਸੁਖੀ ਨਹੀਂ ਗਾ, ਹਰ ਕੋਈ ਕਿਸੇ ਨਾ ਕਿਸੇ ਰੂਪ ਵਿੱਚ ਦੁਖੀ ਹੈ ਤੇ ਦੁੱਖ ਭੋਗ ਰਿਹਾ ਹੈ। ਤਾਂ ਕਰਕੇ ਮਹਾਰਾਜ ਕਹਿੰਦੇ ਵਿੱਚ ਨਾ ਕੋਈ ਕਰ ਸਕੈ ਕਿਸ ਤੇ ਰੋਵੇ ਰੋਜ਼, ਕੀਤਾ ਕਛੂ ਨ ਹੋਵਈ ਲਿਖਿਆ ਤੁਰ ਸੰਜੋਗ। ਕਹਿੰਦੇ ਕਿਸੇ ਦਾ ਕੀਤਾ ਕੁਛ ਨਹੀਂ ਹੋ ਸਕਦਾ, ਜੋ ਲਿਖਿਆ ਨਾ ਉਹੀ ਪ੍ਰਾਪਤ ਹੋਣਾ ਹੈ। ਇੱਕ ਦੁਆਪਰ ਤ੍ਰੇਤਾ ਦੀ ਕਥਾ ਹੈ। ਰਾਜਾ ਜਨਮੇਜਾ ਹੋਇਆ ਹੈ, ਜਸਰਥ ਦਾ ਦਾਦਾ ਨਾ ਜਸਰਥ ਦਾ ਪਿਤਾ
ਰਾਮਚੰਦਰ ਦਾ ਦਾਦਾ। ਉਹਨੇ ਇੱਕ ਦਿਨ ਵੇਦ ਵਿਆਸ ਜੀ ਨੂੰ ਪੁੱਛਿਆ ਵੀ ਮਹਾਰਾਜ ਲਿਖੀ ਜੀ, ਸਾਡੇ ਵੱਡਿਆਂ ਨੇ ਦੁੱਖ ਕਿਉਂ ਪਾਇਆ, ਉਹਨਾਂ ਨੂੰ ਕਿਸੇ ਨੇ ਵਰਜਿਆ ਕਿਉਂ ਨਾ, ਉਹਨਾਂ ਜੂਆ ਕਿਉਂ ਖੇਡਿਆ, ਫਿਰ ਉਹਨਾਂ ਨੂੰ ਬਨਵਾਸ ਕਿਉਂ ਕੱਟਣਾ ਪਿਆ, ਫਿਰ ਉਹਨਾਂ ਨੂੰ ਲੜਾਈ ਕਿਉਂ ਕਰਨੀ ਪਈ, ਇਹ ਇੰਨਾ ਕੁਝ ਕਿਉਂ ਹੋਇਆ। ਰਾਜੇ ਜਨਮੇਜੇ ਦੀਆਂ ਗੱਲਾਂ ਸੁਣ ਕੇ ਵਿਆਸ ਜੀ ਨੇ ਆਖਿਆ, ਇਹ ਰਾਜਨ, ਜਿਹੜੀ ਪਰਮਾਤਮਾ ਦੀ ਇੱਛਾ ਪੂਰੀ ਹੋ ਕੇ ਰਹਿੰਦੀ ਹੈ, ਭਾਵੇਂ ਕੋਈ ਜਿੰਨਾ ਮਰਜ਼ੀ ਸਿਆਣਾ ਹੋਵੇ, ਜਿਹੜੀ ਹੋਣਹਾਰ ਲਿਖੀ ਉਹ ਹੋ ਕੇ ਰਹਿੰਦੀ ਆ, ਕੋਈ ਪਾ ਨਹੀਂ ਚੱਲਦਾ। ਪਰ ਨਹੀਂ, ਰਾਜਾ ਜਨਮੇਜਾ ਕਹਿਣ ਲੱਗਾ, ਇਹ ਗੱਲ ਨਹੀਂ ਹੋ ਸਕਦੀ, ਜੇ ਪਹਿਲਾਂ ਪਤਾ ਲੱਗ ਜੇ ਨਾ, ਅਣਜਾਣ ਤੋਂ ਅਣਜਾਣ ਬੰਦਾ ਵੀ ਟਾਲ ਸਕਦਾ ਏ। ਉਹਨੇ ਆਖਿਆ, ਲੈ ਸੁਣ ਫਿਰ ਜੋ ਤੇਰੇ ਨਾਲ ਹੋਣਾ ਈ, ਮੈਂ ਤੈਨੂੰ ਦੱਸਣ ਲੱਗਾ। ਉਹਨੇ ਆਖਿਆ, ਰਾਜਨ ਤੂੰ ਪਹਿਲਾਂ ਘੋੜੀ ਖਰੀਦੇਗਾ, ਘੋੜੀ ਖਰੀਦ ਕੇ ਉਹਦੇ ਤੇ ਸ਼ਿਕਾਰ ਜਾਵੇਂਗਾ, ਜੰਗਲ ਵਿੱਚ ਥੱਕ ਕੇ ਫਿਰ ਤੂੰ ਸੌਂ ਜਾਵੇਂਗਾ। ਤੇਰੀ ਘੋੜੀ ਦੇ ਨਾਲ ਕਿਸੇ ਘੋੜੇ ਦਾ ਸੰਯੋਗ ਹੋਣ ਤੋਂ ਬਾਅਦ ਇੱਕ ਵਛੇਰਾ ਪੈਦਾ ਹੋਵੇਗਾ, ਬੜਾ ਚਿੱਟੇ ਕਾਲੇ ਕੰਨਾਂ ਵਾਲਾ। ਉਹਦੀ ਖੁਸ਼ੀ 'ਚ ਤੂੰ ਇੱਕ ਆਪਣੇ ਮਹਿਲਾਂ 'ਚ ਜੱਗ ਕਰੇਗਾ। 18 ਕੁਲਾਂ ਦੇ ਬ੍ਰਾਹਮਣ ਤੇਰੇ ਜੱਗ ਵਿੱਚ ਆਹੂਤੀਆਂ ਦੇਣ ਵਾਸਤੇ ਆਉਣਗੇ। ਤੇਰੀ ਉਸ ਵੇਲੇ ਰਾਣੀ ਮਹਿਲਾਂ 'ਚੋਂ ਬਾਹਰ ਆਵੇਗੀ ਤੇ ਹਵਾ ਦੇ ਨਾਲ ਉਹਦੀ ਸਾੜੀ, ਉਹਦਾ ਕੱਪੜਾ ਜਿਹੜਾ ਉੱਡ ਕੇ ਉੱਚਾ ਹੋ ਜਾਏਗਾ। ਇਹ ਵੇਖ ਕੇ ਬ੍ਰਾਹਮਣ ਹੱਸ ਪੈਣਗੇ, ਤੈਨੂੰ ਕ੍ਰੋਧ ਆ ਜਾਵੇਗਾ, ਤੂੰ ਕ੍ਰੋਧ ਦੇ ਨਾਲ ਉਹਨਾਂ ਦਾ ਕਤਲ ਕਰਵਾ ਦੇਵੇਂਗਾ। ਇਹਦੇ ਬ੍ਰਹਮ ਹੱਤਿਆ ਦੇ ਪਾਪ ਵਜੋਂ ਤੈਨੂੰ ਕੋੜ ਹੋਵੇਗਾ, ਕਿਤੋਂ ਰਮਾਨ ਨਹੀਂ ਆਵੇਗਾ। ਫਿਰ ਤੂੰ ਸੁਖਦੇਵ ਮੁਨੀ ਕੋ ਮਹਾਭਾਰਤ ਦੀ ਕਥਾ ਸੁਣੇਗਾ। ਜਦੋਂ ਉਹਦੇ ਵਿੱਚ ਜ਼ਿਕਰ ਆਊਗਾ ਵੀ ਭੀਮ ਸੈਨ ਦੇ ਚੁੱਕ ਕੇ ਮਾਰੇ ਹੋਏ ਹਾਥੀ ਅਜੇ ਵੀ ਆਕਾਸ਼ ਵਿੱਚ ਘੁੰਮਦੇ ਹੋਏ ਨੇ, ਫਿਰਦੇ ਨੇ, ਤੂੰ ਇਸ ਗੱਲ ਤੇ ਨੱਕ ਮਰੋੜ ਕੇ ਸ਼ੰਕਾ ਕਰੇਂਗਾ। ਫਿਰ ਤੇਰਾ ਕੋੜ ਨੱਕ ਤੇ ਰੁਕ ਜਾਵੇਗਾ। ਫਿਰ ਰਾਜਾ, ਤੇਰੀ ਇਸੇ ਕੋੜ ਨਾਲ ਮੌਤ ਹੋਵੇਗੀ, ਜੇ ਬਚ ਸਕਦਾ ਤੇ ਬਚ ਕੇ ਵੇਖ ਲੈ। ਉਹਨੇ ਰਾਜੇ ਨੇ ਸੋਚਿਆ ਵੀ ਮੈਂ ਘੋੜੀ ਨਹੀਂ ਖਰੀਦਦਾ, ਉਹਨੇ ਘੋੜੇ ਖਰੀਦਣੇ ਬੰਦ ਕਰਤੇ। ਕੁਝ ਸਮਾਂ ਲੰਘਿਆ, ਸੈਨਿਕਾਂ ਨੇ ਆਖਿਆ, ਰਾਜਨ ਪੁਰਾਣੇ ਘੋੜੇ ਬੁੱਢੇ ਹੋ ਗਏ, ਹੁਣ ਤੇ ਘੋੜੇ ਖਰੀਦਣੇ ਪੈਣੇ ਆ। ਚਲੋ ਮਜਬੂਰੀ ਨੂੰ ਘੋੜੇ ਖਰੀਦ ਲਿਆ। ਇੱਕ ਘੋੜੀ ਵਪਾਰੀ ਲੈ ਆਇਆ, ਉਹਨੇ ਖਰੀਦ ਲਈ। ਗੱਲ ਕੀ ਵੀ ਜੋ ਵਿਆਸ ਨੇ ਦੱਸਿਆ ਸੀ ਉਹ ਸਾਰਾ ਅੱਖਰ ਅੱਖਰ ਹੋ ਕੇ ਉਹਦੇ ਨਾਲ ਰਿਹਾ, ਉਹ ਕੁਛ ਵੀ ਨਹੀਂ ਕਰ ਸਕਿਆ। ਗੁਰੂ ਨਾਨਕ ਪਾਤਸ਼ਾਹ ਵੀ ਤਾਈਓ ਕਹਿੰਦੇ ਆ, ਰਾਜਾ ਜਨਮੇਜਾ ਦੇ ਮਤੀ ਵਰਜ ਵਿਆਸ ਪੜ੍ਹਾਇਆ, ਤਿੰਨ ਕਰ ਜਗ 18 ਘਾਏ, ਕਿਰਤ ਨਾ ਚਲੇ ਚਲਾਇਆ। ਫਿਰ ਵੀ ਉਹਨੇ 18 ਕੁਲਾਂ ਦੇ ਜਿਹੜੇ ਬਾਹਮਣ ਸੀ ਉਹ ਕਤਲ ਕਰਵਾ ਦਿੱਤੇ। ਕਹਿੰਦਾ ਪਾਪੀ ਜੋ ਲਿਖਿਆ ਹੁੰਦਾ ਉਹ ਹੋ ਕੇ ਰਹਿੰਦਾ ਵਾ, ਕੀਤਾ ਕਛੂ ਨਾ ਹੋਵੇ, ਲਿਖਿਆ ਤੁਰ ਸੰਜੋਗ, ਸੰਜੋਗਾਂ ਨੂੰ ਕੋਈ ਨਹੀਂ ਬਦਲ ਸਕਦਾ। ਵੱਡ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੈ ਸਭ ਵਿਯੋਗ। ਕਹਿੰਦੇ ਜੇ ਭਾਗ ਵੱਡੇ ਹੋ ਜਾਣ ਤੇ ਵਾਹਿਗੁਰੂ ਦਾ ਮਿਲਾਪ ਹੋ ਜੇ, ਫਿਰ ਸਾਰੇ ਦੁੱਖ ਵੀ ਦੂਰ ਹੋ ਜਾਂਦੇ ਆ, ਫਿਕਰ ਵੀ ਦੂਰ ਹੋ ਜਾਂਦੇ ਆ, ਚਿੰਤਾਵਾਂ ਵੀ ਦੂਰ ਹੋ ਜਾਂਦੀਆਂ। ਪਰ ਇਹਦੇ ਵਿੱਚ ਸ਼ਰਤ ਇਹ ਕਿ ਵੀ ਜੇ ਗੁਰੂ ਦੇ ਦਰ ਤੇ ਆਉਂਦੇ ਜੇ ਨਾ, ਤੇ ਬਾਕੀ ਚੀਜ਼ਾਂ ਨੂੰ ਛੱਡ ਕੇ ਇਹ ਮੰਗਿਆ ਕਰੋ, ਮਹਾਰਾਜ ਆਪਣੀ ਬਖਸ਼ਿਸ਼ ਕਰਦੇ, ਆਪਣੀ ਮਿਹਰ ਕਰਦੇ, ਆਪਣੀ ਕਿਰਪਾ ਕਰਦੇ। ਜਦੋਂ ਉਹਨੇ ਕਿਰਪਾ ਕਰਤੀ ਫਿਰ ਸਾਰਾ ਕੁਝ ਵਿੱਚ ਹੀ ਆ ਜਾਂਦਾ। ਨਾਨਕ ਕਉ ਪ੍ਰਭ ਰਾਖ ਲਿਓ, ਮੇਰੇ ਸਾਹਿਬ ਬੰਦੀ ਬੋਚ। ਨਾਨਕ ਨਾਮ ਦੀ ਮੋਹਰ ਲਾ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਭਾਈ ਮੈਂ ਜਿਹੋ ਜਿਹਾ ਵੀ ਹੈਗਾ, ਮੈਂ ਤੇਰੀ ਸ਼ਰਨ ਆਇਆ, ਮੈਨੂੰ ਰੱਖ ਲਾ। ਮੇਰੇ ਬੰਧਨ ਕੱਟਣ ਦੇ ਮਾਲਕ, ਬੰਧਨ ਕੱਟਣ ਦੀ ਸਮਰੱਥਾ ਰੱਖਣ ਵਾਲੇ ਮੇਰੇ ਮਾਲਕ, ਸਾਰੀ ਸ੍ਰਿਸ਼ਟੀ ਦੇ ਮਾਲਕ, ਜਿਸ ਤਰ੍ਹਾਂ ਪੁਰਾਤਨ ਭਗਤਾਂ ਨੂੰ ਤੂੰ ਰੱਖਿਆ, ਇਸ ਤਰ੍ਹਾਂ ਮੈਨੂੰ ਵੀ ਰੱਖ ਲਾ। ਮਹਾਰਾਜ ਕਹਿੰਦੇ ਇਸ ਤਰ੍ਹਾਂ ਬੇਨਤੀ ਕਰਿਆ ਕਰੋ। ਕਤਕ ਹੋਵੈ ਸਾਧ ਸੰਗ, ਬਿਨ ਸੇ ਸਭੇ ਸੋਚ। ਇਹ ਕਤਕ ਦੇ ਮਹੀਨੇ ਦੀ ਦੁਆਰਾ ਮਹਾਰਾਜ ਮੋਹਰ ਲਾ ਕੇ ਕਹਿੰਦੇ, ਭਾਈ ਸਾਧ ਸੰਗਤ ਦੇ ਵਿੱਚ ਆਓ, ਉੱਥੇ ਸਾਰੇ ਸੋਚ, ਫਿਕਰ, ਚਿੰਤਾਵਾਂ ਨਾਸ ਹੋ ਜਾਂਦੀਆਂ ਨੇ। ਇਹ ਸਨ ਅੱਜ ਦੇ ਸ਼ਬਦ ਦੀ ਵਿਚਾਰ। ਅੱਜ ਕਤਕ ਦਾ ਮਹੀਨਾ ਦਿਨ ਸ਼ਨੀਵਾਰ ਮਹਾਰਾਜ ਨੇ ਪਾਸੇ ਕੀਤਾ ਹੈ। ਹੁਣ ਕਈਆਂ ਵੀਰਾਂ ਨੇ ਅਰਦਾਸੇ ਭੇਜੇ ਸ਼ਬਦ ਭੇਟ, ਮਿਸਤਰੀ ਜਗਦਾਰ ਸਿੰਘ, ਗੁਰਬਾਰ ਸਿੰਘ, ਸਰਦਾਰ ਸਕੱਤਰ ਸਿੰਘ ਜੀ ਅਤੇ ਕਵਲਜੀਤ ਸਿੰਘ ਤੇ ਹੋਰ ਵੀ ਵੀਰਾਂ ਨੇ ਇਹ ਸਤਿਕਾਰ ਭੇਜਿਆ ਹੈ। ਇੰਨੀ ਸੇਵਾ ਪ੍ਰਵਾਨ ਕਰਨੀ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਇੱਕ ਬੇਨਤੀ ਆਈ ਵੀ, ਪਤਾ ਲੱਗਾ ਵੀ ਇੱਥੇ ਨਿਆਣੇ ਸ਼ਰਾਰਤਾਂ ਵੀ ਕਰਦੇ ਆ ਤੇ ਚੀਜ਼ਾਂ ਦੀ ਭੰਨ ਤੋੜ ਵੀ ਕਰਦੇ ਆ। ਇਹ ਬੇਨਤੀ ਵੀ ਉਹਨਾਂ ਦੇ ਮਾਪਿਆਂ ਨੂੰ ਵੀ ਬੇਨਤੀ ਆ, ਉਹਨਾਂ ਬੱਚਿਆਂ ਨੂੰ ਆਪ ਨੂੰ ਵੀ ਬੇਨਤੀ, ਭਾਈ ਗੁਰੂ ਘਰ ਦੇ ਵਿੱਚ ਸ਼ਰਾਰਤ ਕਰਨੀ, ਤੋੜ ਭੰਨ ਕਰਨੀ ਚੰਗੀ ਗੱਲ ਨਹੀਂ ਹੈ। ਇਹ ਹੁਣ ਸੇਵਾ ਬਾਬਿਆਂ ਨੇ ਲਾਈ ਆ, ਜਦੋਂ ਉਹਨਾਂ ਦਾ ਹੁਕਮ ਹੋ ਗਿਆ, ਉਹਨਾਂ ਦਾ ਇਰਾਦਾ ਬਣ ਗਿਆ, ਉਹਨਾਂ ਫੇਰ ਸ਼ੁਰੂ ਕਰ ਦੇਣੀ ਆ। ਤੇ ਸਗੋਂ ਆਪਾਂ ਸਹਿਯੋਗ ਕਰੀਏ, ਆਰਥਿਕ ਹਾਲਤਾਂ ਤੇ ਅੱਗੇ
ਮਾਰੀਆਂ ਹੋਈਆਂ ਪਈਆਂ ਵੀ ਗੁਰੂ ਘਰ ਵਾਸਤੇ ਪੈਸਾ ਕੱਢਣ ਤੋਂ ਅੱਗੇ ਹੀ ਬਹਾਨਾ ਬਣ ਜਾਂਦਾ ਹੈ। ਇਸ ਕਰਕੇ ਇਸ ਬਹਾਨੇ ਨੂੰ ਪਾਸੇ ਰੱਖ ਕੇ ਵੱਧ ਤੋਂ ਵੱਧ ਸੇਵਾ ਪ੍ਰਬੰਧਕਾਂ ਦੇ ਕੋਲ ਪਹੁੰਚਾਇਆ ਕਰੋ। ਤੇ ਇਹ ਜੋ ਰੰਭੇ ਕਾਰਜ ਨੇ ਸੰਤਾਂ ਭੂਰੀ ਵਾਲਿਆਂ ਦੇ ਸਹਿਯੋਗ ਨਾਲ ਇਸ ਨੂੰ ਸੰਪੂਰਨਤਾ ਬਖਸ਼ ਹੋਵੇ। ਇਹ ਸਥਾਨ ਵੀ ਗੁਰੂ ਸਾਹਿਬ ਜੀ ਦਾ ਮਹਾਨ ਪਵਿੱਤਰ ਸਥਾਨ ਬਣੇਗਾ। ਗੁਰੂ ਦੀ ਕਿਰਪਾ ਨਾਲ ਤੁਹਾਡੇ ਸਾਧ ਸੰਗਤ ਦੇ ਸਹਿਯੋਗ ਨਾਲ ਆਓ ਇੰਨੀ ਸੇਵਾ ਪ੍ਰਵਾਨ ਕਰਨੀ। ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਮਹਾਰਾਜ ਗੁਰੂ ਸਾਹਿਬ ਬਖਸ਼ਣ ਯੋਗ ਨੇ ਤੇ ਸਾਧ ਸੰਗਤ ਵੀ ਬਖਸ਼ਣ ਯੋਗ ਹੈ। ਚੰਗੀਆਂ ਗੱਲਾਂ ਗੁਰੂ ਦਾ ਉਪਦੇਸ਼ ਸਮਝ ਕੇ ਹਿਰਦੇ ਵਿੱਚ ਵਸਾਉਣੀਆਂ, ਮੇਰੀਆਂ ਭੁੱਲਾਂ ਮੇਰੀ ਝੋਲੀ ਵਿੱਚ ਪਾ ਦੇਣੀਆਂ, ਗੁਰੂ ਸਾਹਿਬ ਦੇ ਅੱਗੇ ਰੱਖ ਕੇ ਬਖਸ਼ਾ ਲਾਂਗੇ। ਆਓ ਹੁਣ ਫਤਿਹ ਬੁਲਾਈਏ। ਅੱਜ ਕੱਤਕ ਦਾ ਮਹੀਨਾ ਦਿਨ ਸ਼ਨੀਵਾਰ ਮਹਾਰਾਜ ਨੇ ਬਖਸ਼ੇ ਕੀਤਾ ਹੈ। ਆਓ ਇਹ ਸੇਵਾ ਪ੍ਰਵਾਨ ਕਰਨੀ। ਹੁਣ ਦੇਗ ਵਰਤਾਈ ਜਾਵੇਗੀ। ਇਸ ਤੋਂ ਬਾਅਦ ਚਾਹ ਪਾਣੀ ਦੇ ਲੰਗਰ ਤਿਆਰ ਨੇ, ਸਮੁੱਚੀ ਸੰਗਤ ਨੇ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਸਰਦਾਰ ਸ਼ੰਦਾ ਸਿੰਘ ਜੀ ਦੇ ਤੁਹਾਡੇ ਨਾਲ ਸਾਂਝ ਪਾਉਣੀ ਚਾਹੁੰਦੇ ਨੇ। ਆਓ ਹੁਣ ਦੋ ਚਾਰ ਮਿੰਟ ਵੀ ਪਾਉਣਗੇ, ਇਹਨਾਂ ਦੇ ਵਿਚਾਰ ਸੁਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।